ਪਿਆਰੇ ਕਿਸਾਨ ਵੀਰੋ, ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਜਿਵੇਂ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਤੁਹਾਨੂੰ ਵੱਖ-ਵੱਖ ਵਿਸ਼ਿਆਂ 'ਤੇ ਜਾਣਕਾਰੀ ਦਿਵਾਉਂਦੇ ਰਹਿੰਦੇ ਹਾਂ। ਉਸੇ ਲੜੀ ਦੇ ਵਿੱਚ ਅੱਜ ਅਸੀਂ ਤੁਹਾਨੂੰ ਜਾਣਕਾਰੀ ਦਿਵਾ ਰਹੇ ਹਾਂ। ਵਿਸ਼ਾ ਹੈ ਸਾਡੀ ਅੱਜ ਦੀ ਗੱਲਬਾਤ ਦਾ ਮੱਕੀ ਦੀ ਕਾਸ਼ਤ, ਇਸ ਦੇ ਕੀੜੇ ਮਕੌੜੇ ਅਤੇ ਬਿਮਾਰੀਆਂ। ਸਾਉਣੀ ਰੁੱਤ ਦੀ ਜਿਹੜੀ ਮੱਕੀ ਆ ਉਹਦੀ ਕਾਸ਼ਤ ਅਸੀਂ ਕਦੋਂ ਕਰਨੀ ਆ, ਕਿਵੇਂ ਕਰਨੀ ਆ ਅਤੇ ਉਹਦੇ ਵਿੱਚ ਕੀ ਕੀ ਕਰਨਾ, ਇਹ ਸਾਰੀ ਜਾਣਕਾਰੀ ਦੇਣ ਲਈ ਮੇਰੇ ਨਾਲ ਅੱਜ ਮੌਜੂਦ ਨੇ ਡਾਕਟਰ ਅਵਨਿੰਦਰ ਸਿੰਘ ਜੀ ਮਾਨ, ਜਿਹੜੇ ਅਸਿਸਟੈਂਟ ਪਲਾਂਟ ਪ੍ਰੋਟੈਕਸ਼ਨ ਆਫਿਸਰ ਨੇ, ਮੁੱਖ ਖੇਤੀਬਾੜੀ ਅਫਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜੋ ਪਟਿਆਲੇ ਦਾ, ਉਹਨਾਂ ਦੇ ਦਫ਼ਤਰ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਨੇ। ਸੋ ਇਹਨਾਂ ਤੋਂ ਆਪਾਂ ਸਾਰੀ ਜਾਣਕਾਰੀ ਹਾਸਲ ਕਰਨੀ ਆ ਕਿ ਮੱਕੀ ਦੀ ਕਾਸ਼ਤ ਕਿਸ ਤਰ੍ਹਾਂ ਕਰਨੀ ਹੈ, ਇਹ ਸਾਡੀ ਫਸਲੀ ਵਿਭਿੰਨਤਾ ਦੇ ਵਿੱਚ ਕਿਸ ਤਰ੍ਹਾਂ ਫਿੱਟ ਬਹਿੰਦੀ ਹੈ। ਤੋ ਆਪਾਂ ਇਹਨਾਂ ਤੋਂ ਸਾਰੀ ਜਾਣਕਾਰੀ ਲਵਾਂਗੇ। ਮਾਨ ਸਾਹਿਬ, ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਮੇਰਾ ਪਹਿਲਾ ਸਵਾਲ ਇਹੀ ਹੈ ਕਿ ਜਦੋਂ ਆਪਾਂ ਮੱਕੀ ਦੀ ਗੱਲ ਕਰਦੇ ਹਾਂ ਤਾਂ ਤਕਰੀਬਨ ਅਸੀਂ ਦੇਖਦੇ ਹਾਂ ਕਿ ਜਦੋਂ ਆਲੇ ਦੁਆਲੇ ਨਿਗਾਹ ਮਾਰਦੇ ਹਾਂ, ਤੁਰਦੇ ਫਿਰਦੇ ਸਾਰਾ ਸਾਲ ਹੀ ਮੱਕੀ ਦਿਖਦੀ ਰਹਿੰਦੀ ਆ। ਸੋ ਸਭ ਤੋਂ ਪਹਿਲਾਂ ਇਹ ਦੱਸੋ ਕਿ ਮੱਕੀ ਫਸਲੀ ਵਿਭਿੰਨਤਾ ਦੇ ਵਿੱਚ ਕਿਸ ਤਰ੍ਹਾਂ ਫਿੱਟ ਹੋ ਸਕਦੀ ਹੈ। ਜੀ ਚੌਹਾਨ ਸਾਹਿਬ, ਮੱਕੀ ਇੱਕ ਐਸੀ ਕ੍ਰੌਪ ਹੈ ਜਿਹੜੀ ਕਿ ਕਿਸੇ ਵੀ ਸਮੇਂ, ਸਾਲ ਦੇ ਕਿਸੇ ਵੀ ਸਮੇਂ ਲਗਾਈ ਜਾ ਸਕਦੀ ਹੈ। ਪਰ ਆਪਾਂ ਇਹਨੂੰ ਮੁੱਖ ਤੌਰ 'ਤੇ ਤਿੰਨ ਪ੍ਰਕਾਰ ਦੀ ਆਪਾਂ ਮੱਕੀ ਲਗਾਉਂਦੇ ਹਾਂ। ਇੱਕ ਨੂੰ ਵਿੰਟਰ ਮੇਜ਼ ਕਹਿ ਦਿੰਦੇ ਹਾਂ, ਸਿਆਲੂ ਮੱਕੀ। ਇੱਕ ਆਪਣੀ ਹੋ ਜਾਂਦੀ ਆ ਜਿਹੜੀ ਜੈਦ ਸੀਜ਼ਨ ਚੱਲਦਾ, ਜਿਹੜਾ ਜੈਦ ਰੱਬੀ, ਉਹਦੇ ਵਿੱਚ ਵੀ ਮੱਕੀ ਲਗਾ ਲੈਂਦੇ ਹਾਂ। ਅਤੇ ਇੱਕ ਆਪਾਂ ਲਗਾਉਂਦੇ ਹਾਂ ਜਿਹਨੂੰ ਆਪਾਂ ਕਹਿੰਦੇ ਹਾਂ ਖਰੀਫ ਸੀਜ਼ਨ ਦੀ ਮੱਕੀ, ਜਿਹਦੇ 'ਤੇ ਕਿ ਆਪਣਾ ਬਹੁਤ ਵੱਡਾ ਇੱਕ ਐਜ਼ ਏ ਰਿਪਲੇਸਮੈਂਟ ਟੂ ਜਿਹੜੀ ਝੋਨਾ, ਜਿਹਨੂੰ ਆਪਾਂ ਕਹਿ ਰਹੇ ਹਾਂ ਵੀ ਬਹੁਤ ਜ਼ਿਆਦਾ ਅੱਜ ਦੀ ਸਮਾਂ ਦੇਖ ਲਓ, ਤੁਸੀਂ ਅੱਜ ਦਾ ਵਾਤਾਵਰਨ ਦੇਖ ਲਓ, ਅੱਜ ਦੀ ਜਿਹੜੀ ਵੀ ਤੁਸੀਂ ਮਿੱਟੀ ਦੀ ਹਾਲਤ ਦੇਖ ਲਓ, ਜਿਹਦਾ ਨੂੰ ਕਿ ਅਲਟੀਮੇਟਲੀ ਆਪਾਂ ਝੋਨੇ ਨੂੰ ਬਲੇਮ ਕੀਤਾ ਜਾਂਦਾ ਹੈ ਅਤੇ ਉਹਦੇ ਰਿਪਲੇਸ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਸੋ ਉਹਦੇ ਲਈ ਉਸ ਮੱਕੀ ਨੂੰ ਜਿਹੜੀ ਉਹਨੂੰ ਰਿਪਲੇਸ ਕਰੇਗੀ, ਉਹ ਮੱਕੀ ਆਪਾਂ ਕਹਿੰਦੇ ਹਾਂ ਸਾਉਣੀ ਸੀਜ਼ਨ ਦੀ ਮੱਕੀ। ਬਾਕੀ ਇਹ ਸਾਰੀ ਦੁਨੀਆ ਦੇ ਵਿੱਚ ਕੋਰਨ ਹੈ ਜਿਹੜਾ, ਇਹ ਬਹੁਤ ਹੀ ਆਪਣਾ ਬਹੁਤ ਹੀ ਲਾਹੇਦਾਇਕ ਇੱਕ ਫੂਡ, ਐਜ਼ ਏ ਫੂਡ ਦੁਨੀਆ, ਹਿਊਮਨ ਵੀ ਐਜ਼ ਵੈਲ ਐਜ਼ ਜਿਹੜੇ ਆਪਣੇ ਪਸ਼ੂ ਡੰਗਰ ਨੇ ਉਹ ਵੀ ਇਸ ਦੀ ਐਜ਼ ਏ ਚਾਰਾ ਖਾਂਦੇ ਨੇ। ਅਤੇ ਜਿਹੜੇ ਆਪਣੇ ਐਜ਼ ਏ ਕੋਰਨ ਹੋ ਗਿਆ ਛੱਲੀ ਦੇ ਰੂਪ ਦੇ ਵਿੱਚ, ਜਾਂ ਉਹ ਆਪਾਂ ਐਜ਼ ਏ ਮੱਕੀ ਹਿਊਮਨ ਵੀ ਖਾਂਦੇ ਹਾਂ। ਸਾਉਣੀ ਰੁੱਤ ਦੀ ਮੱਕੀ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ। ਡਾਕਟਰ ਸਾਹਿਬ, ਗੱਲ ਇਹ ਆ ਵੀ ਦੇਖੋ, ਪਹਿਲਾਂ ਵੀ ਮੱਕੀ ਲੱਗਦੀ ਆਈ ਆ, ਹੁਣ ਕਿਉਂ ਜ਼ੋਰ ਦਿੱਤਾ ਜਾ ਰਿਹਾ ਕਿ ਮੱਕੀ ਦੀ ਬਿਜਾਈ ਕਰੀਏ? ਮੈਂ ਜ਼ਿਲ੍ਹੇ ਪਟਿਆਲੇ ਨੂੰ ਬਿਲੋਂਗ ਕਰਦਾ। ਸਾਡੇ ਹਰ ਸਾਲ ਲਗਭਗ 40 ਸੈਂਟੀਮੀਟਰ ਪਾਣੀ ਥੱਲੇ ਚਲਾ ਜਾਂਦਾ ਹੈ। ਐਂਡ ਇਹਨੂੰ ਜੇ ਤੁਸੀਂ 1 ਮੀਟਰ ਰੋਡ ਆਪਾਂ ਸਿੱਧੀ ਖੜੀ ਕਰੀਏ, ਉਹਦੇ 'ਤੇ 40 ਸੈਂਟੀਮੀਟਰ 'ਤੇ ਜੇ ਆਪਾਂ ਨਿਸ਼ਾਨ ਲਾ ਕੇ ਤੁਸੀਂ ਧਰਤੀ ਕਰਨੀ, ਜਿੰਨੀ ਥੋੜ੍ਹੀ ਨਿਗਾਹ ਜਾਂਦੀ ਹੈ ਦੂਰ ਦੂਰ ਤੱਕ ਨਿਗਾਹ ਮਾਰੋ, ਅਤੇ ਫਿਰ ਉਹ 40 ਸੈਂਟੀਮੀਟਰ ਦਾ ਨਿਸ਼ਾਨ 'ਤੇ ਤੁਸੀਂ ਉਂਗਲ ਰੱਖ ਕੇ ਦੇਖੋ, ਆਪਣੇ ਜ਼ਹਿਨ ਦੇ ਵਿੱਚ ਪੋਜੀਸ਼ਨ ਬਣਾਉਣ ਦੀ ਕੋਸ਼ਿਸ਼ ਕਰੋ ਵੀ ਆਹ ਪਾਣੀ ਆਪਣੇ ਥੱਲੇ ਇੰਨਾ ਹੋਰ ਚਲਾ ਗਿਆ, ਤਾਂ ਤੁਹਾਡੀ, ਮੈਂ ਯਕੀਨ ਨਾਲ ਕਹਿ ਸਕਦਾ ਵੀ ਤੁਹਾਡੀ ਅੰਦਰੋਂ ਬਿਲਕੁਲ ਦਿਲ ਦੀ ਜਾਨ ਨਿਕਲਣ ਵਾਲਾ ਕੰਮ ਹੋ ਜਾਂਦਾ ਹੈ। ਬਿਕੋਜ਼ ਐਡਾ ਵੱਡਾ, ਇੰਨਾ ਜ਼ਿਆਦਾ ਸ਼ਾਰਪ ਡਿਕਲਾਈਨ ਪਾਣੀ 'ਚ ਹੋਣਾ, ਆਪਾਂ ਤਾਂ ਮਿਲੀਮੀਟਰਾਂ 'ਚ ਗੱਲਾਂ ਕਰਿਆ ਕਰਦੇ ਹਾਂ, ਵੀ ਸੁਣਿਆ ਕਰਦੇ ਸੀ ਵੀ ਮਿਲੀਮੀਟਰਾਂ 'ਚ ਜਾਂਦਾ ਹੈ ਨਾ, ਇਹ ਹੁਣ ਆ ਗਿਆ ਸੈਂਟੀਮੀਟਰਾਂ ਦੇ ਵਿੱਚ ਪਾਣੀ ਥੱਲੇ ਜਾਣ ਲੱਗ ਗਿਆ। ਸੋ ਕਾਰਨ ਕੀ ਹੋਇਆ? ਸਮੇਂ ਦੀ ਲੋੜ ਵੀ ਸੀਗੀ, ਲੋਕਾਂ ਦੇ ਢਿੱਡ ਵੀ ਭਰਨੇ ਸੀਗੇ। ਜਦੋਂ ਗ੍ਰੀਨ ਰੈਵੋਲਿਊਸ਼ਨ ਆਈ, ਕਣਕ ਆਪਾਂ ਇੱਥੇ ਸ਼ਾਰਟ ਡਿਊਰੇਸ਼ਨ ਵਰਾਇਟੀਜ਼ ਆਈਆਂ, ਮੈਕਸੀਕਨ ਵੀਟ ਆਈ, ਉਹਦੇ ਨਾਲ ਜਦੋਂ ਦੇਖਿਆ ਗੌਰਮੈਂਟ ਆਫ ਇੰਡੀਆ ਨੇ ਕਿ ਪੰਜਾਬ ਦੇ ਵਿੱਚ ਤਾਂ ਵਾਤਾਵਰਨ ਹੀ ਇੰਨਾ ਵਧੀਆ ਹੈ, ਇਹਨਾਂ ਦੀ ਧਰਤੀ ਤਾਂ ਹਿੰਦੁਸਤਾਨ 'ਚ ਹੋਰ ਸਟੇਟਾਂ 'ਚ ਵੀ ਬਹੁਤ ਜ਼ਿਆਦਾ ਵਧੀਆ ਪਈ ਆ, ਪੰਜਾਬ ਤੋਂ ਵੀ ਅੱਛੀ ਧਰਤੀ ਪਈ ਆ ਵੀ ਜਿਹਦੀ ਕੁਆਲਿਟੀ ਵਾਈਜ਼ ਜੇ ਆਪਾਂ ਗੱਲ ਕਰ ਲਈਏ। ਪਰ ਜਿਹੜਾ ਪਾਣੀ ਪੰਜਾਬ 'ਚ ਮਿਲਿਆ ਕਰਦਾ ਸੀ ਉਹ ਕਿਤੇ ਹੋਰ ਨਹੀਂ ਸੀਗਾ, ਅਤੇ ਜਿਹੜਾ ਕਿ ਉਹ ਹੁਣ ਆਪਾਂ ਨਿਮੇੜਨ ਦੇ ਕੰਢੇ ਜਾ ਪਹੁੰਚੇ ਹਾਂ। ਫਿਰ ਜਦੋਂ ਆਪਾਂ ਕਣਕ ਦੇ ਰੂਪ ਦੇ ਵਿੱਚ ਜਦੋਂ ਢਿੱਡ ਪੂਰਾ ਕੀਤਾ, ਵੀ ਆਪਣੀਆਂ ਅੱਛੀਆਂ ਰਿਜ਼ਰਵਸ ਕੰਟਰੀ ਦੇ ਬਣ ਗਏ, ਫਿਰ ਗੌਰਮੈਂਟ ਨੇ ਇਹ ਲੋੜ ਮਹਿਸੂਸ ਕੀਤੀ ਵੀ ਹੁਣ ਚੌਲ ਵੀ ਪੰਜਾਬ ਦੇ ਵਿੱਚ ਉਗਾਏ ਜਾਣ। ਉਦੋਂ ਆਪਣੇ ਇੱਥੇ ਕਪਾਹ ਨਰਮੇ ਹੋਇਆ ਕਰਦੇ ਸੀ, ਅਤੇ ਉਹਨਾਂ ਦੀ ਰਿਪਲੇਸਮੈਂਟ ਦੇ ਵਿੱਚ ਇਹਨਾਂ ਨੇ ਫਿਰ ਐਜ਼ ਏ ਪੈਡੀ ਨੂੰ, ਰਾਈਸ ਨੂੰ ਇੰਟਰੋਡਿਊਸ ਕੀਤਾ ਗਿਆ। ਨਾਲ ਹੀ FCI ਵਰਗੇ ਅਦਾਰੇ ਸਥਾਪਿਤ ਕੀਤੇ ਗਏ
ਕਿ ਇਹਦੀ ਫਿਰ ਪ੍ਰੋਕਿਉਰਮੈਂਟ ਕਰਨ ਲਈ ਤੇ ਇਸ ਤਰ੍ਹਾਂ ਸਾਰੇ ਰਾਜਾਂ ਦੇ ਵਿੱਚ ਚੌਲ ਪੈਦਾ ਕਰਕੇ ਪੰਜਾਬ ਸਾਰੇ ਇੰਡੀਆ ਦਾ ਢਿੱਡ ਭਰਦਾ ਹੁੰਦਾ ਬਿਲਕੁਲ ਸੀ। ਤੁਹਾਡੇ ਕਹਿਣ ਦਾ ਭਾਵ ਹੈ ਕਿ ਹੌਲੀ ਹੌਲੀ ਸਾਨੂੰ ਸਾਡੇ ਕੁਦਰਤੀ ਸਰੋਤਾਂ ਨੂੰ ਵਿਗਾੜਦੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਗਿਆ। ਸੋ ਹੁਣ ਜਦੋਂ ਪਾਣੀ ਡੂੰਘਾ ਹੋਣ ਜਾ ਰਿਹਾ ਜਾਂ ਜਾ ਰਿਹਾ ਲਗਾਤਾਰ, ਤਾਂ ਹੁਣ ਉਹਨੂੰ ਆਪਾਂ ਅੱਪ ਕਰਨ ਦੀ ਗੱਲ ਕਰ ਰਹੇ ਹਾਂ, ਅਤੇ ਮੱਕੀ ਦੀ ਗੱਲ ਆਪਣੀ ਉੱਥੇ ਤਾਂ ਆਉਂਦੀ ਹੈ। ਸੋ ਦੇਖੋ ਕਿਸਾਨ ਵੀਰੋ, ਡਾਕਟਰ ਸਾਹਿਬ ਨੇ ਸਾਨੂੰ ਬੜੇ ਵਿਸਥਾਰ ਨਾਲ ਦੱਸਿਆ ਕਿ ਅਸੀਂ ਕਿਸ ਤਰ੍ਹਾਂ ਸਾਡੇ ਕੁਦਰਤੀ ਸੋਮੇ ਸੀ ਜਿਹੜੇ ਉਹਦੇ ਵਿੱਚੋਂ ਮੁੱਖ ਹੈ ਪਾਣੀ, ਉਹਨੂੰ ਖ਼ਤਮ ਕਰਨ ਦੇ ਵਿੱਚ ਆਪਣਾ ਰੋਲ ਅਦਾ ਕੀਤਾ। ਕਣਕ ਤੋਂ ਬਾਅਦ ਫਿਰ ਝੋਨੇ ਵੱਲ ਨੂੰ ਆਏ, ਅਤੇ ਝੋਨੇ ਤੋਂ ਬਾਅਦ ਫਿਰ ਹੁਣ ਅਸੀਂ ਜਦੋਂ ਸਾਨੂੰ ਦਿਖਦਾ ਮੂਹਰੇ ਸਾਡਾ ਕੋਈ ਫਿਊਚਰ ਨਹੀਂ ਹੈ, ਸੋ ਤਾਂ ਅਸੀਂ ਇੱਧਰ ਨੂੰ ਮੁੜ ਰਹੇ ਹਾਂ ਕਿ ਹੁਣ ਭਾਵੇਂ ਸਿੱਧੀ ਬਿਜਾਈ ਕਰੀਏ, ਭਾਵੇਂ ਝੋਨੇ ਦੀ ਥਾਂ 'ਤੇ ਮੂੰਗੀ ਲਾਈਏ, ਅਤੇ ਭਾਵੇਂ ਝੋਨੇ ਦੀ ਥਾਂ 'ਤੇ ਮੱਕੀ ਲਾਈਏ, ਤਾਂ ਕਿ ਸਾਡਾ ਜਿਹੜਾ ਪਾਣੀ ਆ ਉਹਦਾ ਲੈਵਲ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ 40 ਸੈਂਟੀਮੀਟਰ ਹਰ ਸਾਲ ਡੂੰਘਾ ਚਲਾ ਜਾਂਦਾ। ਪਟਿਆਲੇ ਦੀ ਗੱਲ ਕਰ ਰਿਹਾ ਇਹ। ਸੋ ਬਚਾਉਣ ਦੀ ਲੋੜ ਹੈ, ਮੱਕੀ ਵੱਲ ਨੂੰ ਮੁੜਨ ਦੀ ਲੋੜ ਹੈ, ਤਾਂ ਕਿ ਝੋਨੇ ਦੇ ਹੇਠੋਂ ਰਕਬਾ ਕੱਢਿਆ ਜਾ ਸਕੇ। ਡਾਕਟਰ ਸਾਹਿਬ ਬਿਲਕੁਲ ਤੁਹਾਡੀ ਗੱਲ ਕਿਸਾਨ ਵੀਰ ਸਮਝ ਗਏ ਆ। ਆਪਾਂ ਗੱਲ ਕਰੀਏ ਕਿ ਹੁਣ ਮੱਕੀ ਦੀ ਬਿਜਾਈ ਦਾ ਸਮਾਂ ਆ ਗਿਆ, ਕਿਉਂਕਿ ਝੋਨੇ ਦੀ ਬਿਜਾਈ ਵੀ ਚੱਲ ਪੈਣੀ ਆ, ਅਤੇ ਉਹਦੇ ਝੋਨੇ ਥੱਲੋਂ ਰਕਬਾ ਕੱਢ ਕੇ ਅਸੀਂ ਮੱਕੀ ਥੱਲੇ ਲਿਆਉਣਾ। ਸੋ ਕਦੋਂ ਇਹਦੀ ਬਿਜਾਈ ਕਰਨੀ ਆ ਆਪਾਂ, ਅਤੇ ਥੋੜ੍ਹਾ ਜਿਹਾ ਇਹਦੀ ਸੰਬੰਧੀ ਵਿਸਥਾਰ ਨਾਲ ਦੱਸੋ। ਇਹ ਜਿਹੜਾ ਸਾਉਣੀ ਰੁੱਤ ਦੀ ਮੱਕੀ ਹੈ, ਇਹਦੇ ਲਈ ਜਿਹੜਾ ਸਭ ਤੋਂ ਢੁਕਵਾਂ ਸਮਾਂ ਹੁੰਦਾ ਹੈ, ਇਹ ਮਈ ਐਂਡ ਤੋਂ ਲੈ ਕੇ ਜੂਨ ਐਂਡ ਤੱਕ, ਇਹ ਸਾਰਾ ਜਿਹੜਾ ਮਹੀਨਾ ਹੈਗਾ, ਇਹ ਜਿਹੜਾ ਇਹ ਮੱਕੀ ਦੀ ਫਸਲ ਲਾਉਣ ਲਈ ਬਹੁਤ ਹੀ ਢੁਕਵਾਂ ਹੈ। ਕਿਉਂਕਿ ਇਸ ਵੇਲੇ ਜਦੋਂ ਮੱਕੀ ਨੂੰ ਉੱਗਣ ਵੇਲੇ ਥੋੜ੍ਹੀ ਜਿਹੀ ਗਰਮੈਸ਼ ਦੀ ਬਹੁਤ ਲੋੜ ਹੁੰਦੀ ਹੈ, ਅਤੇ ਹੁਣ ਇਸ ਵੇਲੇ ਬਹੁਤ ਜ਼ਿਆਦਾ ਗਰਮੈਸ਼ ਪੈ ਰਹੀ ਹੈ ਕਿਸਾਨ ਵੀਰੋ। ਅਤੇ ਇਹ ਜਿਹੜਾ ਤੁਸੀਂ ਆਪਣੀਆਂ, ਹੁਣ ਮੈਂ ਉਮੀਦ ਕਰਦਾ ਕਿ ਝੋਨੇ ਨੂੰ ਛੱਡ ਕੇ, ਝੋਨੇ ਦੀ ਫਸਲ ਨੂੰ ਸਾਈਡ 'ਤੇ ਛੱਡ ਕੇ, ਇਹਦੇ 'ਚ ਕੋਈ ਦੋ ਰਾਏ ਨਹੀਂ ਵੀ ਤੁਸੀਂ, ਇਹ ਵੀ ਸਵਾਲ ਬਣਦਾ ਚੌਹਾਨ ਸਾਹਿਬ ਵੀ ਮੱਕੀ ਕਿਹੜਾ ਘੱਟ ਪਾਣੀ ਪੀਂਦੀ ਹੈ, ਮੱਕੀ ਵੀ ਬਥੇਰਾ ਪਾਣੀ ਪੀਂਦੀ ਹੈ। ਹਾਂ ਬਿਲਕੁਲ, ਪਰ ਇਹਦੇ ਵਿੱਚ ਆਪਾਂ ਨੂੰ ਪਾਣੀ ਖਿਲਾਰ ਕੇ ਰੱਖਣ ਦੀ ਲੋੜ ਨਹੀਂ ਪੈਂਦੀ, ਇਹਦੇ ਵਿੱਚ ਆਪਾਂ ਨੂੰ ਕੱਦੂ ਕਰਨ ਦੀ ਲੋੜ ਨਹੀਂ ਪੈਂਦੀ। ਇਹਦੇ ਵਿੱਚ ਜਿੰਨਾ ਵੀ ਪਾਣੀ ਉੱਪਰੋਂ ਵਰੇਗਾ, ਜਾਂ ਜਿੰਨਾ ਕਿ ਆਪਾਂ ਇਹਦੀ ਜਿੰਨਾ ਪਾਣੀ ਲਾਸ ਹੋਣਾ ਹੈ, ਉਹ ਸਿਰਫ ਇਨ ਦੀ ਵੇ ਆਫ ਵੈਪੋਰੇਸ਼ਨ ਹੀ ਹੋਣਾ ਹੈ, ਬਾਕੀ ਪਾਣੀ ਨੇ ਤੁਹਾਡੇ ਨੇ ਥੱਲੇ ਜਾਣਾ। ਇਸ ਕਰਕੇ ਇਹ ਮੱਕੀ ਜਿਹੜੀ ਹੈ ਮਈ ਐਂਡ ਤੋਂ ਲੈ ਕੇ ਜੂਨ ਐਂਡ ਤੱਕ ਜਿਹੜੀ ਹੈ ਸਾਉਣੀ ਦੀ ਵਾਸਤੇ ਜਿਹੜੀ ਮੱਕੀ, ਇਹ ਢੁਕਵਾਂ ਸਮਾਂ ਹੈ ਮੱਕੀ ਨੂੰ ਲਗਾਉਣ ਦਾ। ਅਤੇ ਆਪਾਂ ਇਸ ਵੇਲੇ ਬਿਲਕੁਲ ਸਹੀ ਟਾਈਮ ਦੇ ਉੱਤੇ ਬੈਠੇ ਹਾਂ। ਜਿਹੜੇ ਕਿਸਾਨ ਵੀਰਾਂ ਨੇ ਝੋਨਾ ਛੱਡ ਕੇ ਮੱਕੀ ਲਗਾਉਣੀ ਹੈ, ਅਤੇ ਇਹ ਕਿਉਂਕਿ ਇਹ ਫਸਲ ਇੱਕ ਐਸੀ ਫਸਲ ਹੈ ਚੌਹਾਨ ਸਾਹਿਬ, ਇਹ ਇਕੱਲੀ ਖਾਣ ਵਾਸਤੇ ਨਹੀਂ, ਇਹ ਇਥੇਨੋਲ ਵਗੈਰਾ ਹੋਰ ਬਾਈ ਪ੍ਰੋਡਕਟਸ ਇਹਦੇ ਬਹੁਤ ਕੁਝ ਬਣਦੇ ਨੇ। ਇਸ ਤੋਂ ਹੋਰ ਪਲਾਸਟਿਕਸ, ਅਨੇਕਾਂ ਪ੍ਰਕਾਰ ਦੇ ਪ੍ਰੋਡਕਟਸ ਬਣਦੇ ਨੇ। ਵੀ ਇੱਕ ਬੂਟੇ ਤੋਂ, ਇੱਕ ਫਸਲ ਤੋਂ, ਜਾਂ ਇੱਕ ਕਰੋਪ ਤੋਂ ਆਪਾਂ ਅਨੇਕਾਂ ਪ੍ਰਕਾਰ ਦੇ ਪ੍ਰੋਡਕਟਸ, ਬਾਈ ਪ੍ਰੋਡਕਟਸ ਲੈ ਸਕਦੇ ਹਾਂ। ਸੋ ਇੱਕ ਬੜੀ ਅੱਛੀ ਕਰੋਪ ਹੈ ਇਹ। ਸੋ ਇਹ ਇੱਥੇ ਬਹੁਤ ਗੌਰਮੈਂਟ ਨੂੰ ਵੀ ਅਤੇ ਕਿਸਾਨ ਵੀਰਾਂ ਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਇੱਕ ਨਾਅਰਾ ਦਿੱਤਾ ਸੀ, ਝੋਨਾ ਛੱਡ ਕੇ ਮੱਕੀ ਲਾਓ, ਪਾਣੀ ਅਤੇ ਪੰਜਾਬ ਬਚਾਓ। ਸੋ ਮੈਨੂੰ ਲੱਗਦਾ ਵੀ ਅੱਜ ਉਹ ਸਮਾਂ ਕਿਸਾਨ ਵੀਰੋ ਆ ਗਿਆ, ਸਾਨੂੰ ਝੋਨਾ ਛੱਡ ਕੇ ਮੱਕੀ ਵੱਲ ਨੂੰ ਮੁੜਨਾ ਪੈਣਾ, ਕਿਉਂਕਿ ਜਿਸ ਤਰੀਕੇ ਨਾਲ ਪਾਣੀ ਦਾ ਪੱਧਰ ਡੂੰਘਾ ਹੁੰਦਾ ਜਾ ਰਿਹਾ, 5-4 ਸਾਲ ਹੀ ਹੈ ਮੈਨੂੰ ਲੱਗਦਾ ਫਿਰ ਖੇਤੀ ਹੋਊਗੀ, ਅਦਰਵਾਈਜ਼ ਤਾਂ ਮੈਨੂੰ ਲੱਗਦਾ ਮੁਸ਼ਕਿਲ ਹੀ ਹੋ ਜਾਣਾ ਫਿਰ। ਡਾਕਟਰ ਸਾਹਿਬ ਬਹੁਤ ਸਾਰੇ ਜਿਹੜੇ ਨੇ ਪੰਜਾਬ ਦੇ ਵਿੱਚ ਹਾਈਬ੍ਰਿਡ ਬੀਜ ਆ ਚੁੱਕੇ ਨੇ, ਕਿਉਂਕਿ ਮੱਕੀ ਦੀਆਂ ਬਹੁਤ ਸਾਰੀਆਂ ਕਿਸਮਾਂ, ਅਤੇ ਉਹਨਾਂ ਦੇ ਵਿੱਚੋਂ ਮੈਂ ਚਾਹੁੰਦਾ ਵੀ ਪੰਜਾਬ ਦੇ ਕਿਸਾਨ ਵੀਰ ਖੇਤੀਬਾੜੀ ਯੂਨੀਵਰਸਿਟੀ ਦੀਆਂ ਕਿਸਮਾਂ ਨੂੰ ਤਰਜੀਹ ਦੇਣ। ਤੁਸੀਂ, ਤੁਹਾਡਾ ਇਹਦੇ ਵਿਚਾਰ ਕੀ ਵਿਚਾਰ ਹੈ? ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਵੀ ਮੱਕੀ ਦੀਆਂ, ਕਿਉਂਕਿ ਦੋਗਲੀਆਂ ਕਿਸਮਾਂ, ਹੁਣ ਮੱਕੀ ਦੀ ਆਪਾਂ ਦੂਸਰੀ ਵੈਰਾਈਟੀ ਨਹੀਂ, ਸਿਰਫ ਅਤੇ ਸਿਰਫ ਹਾਈਬ੍ਰਿਡ ਹੀ ਲਗਾਉਣੀ ਹੈ। ਹਾਈਬ੍ਰਿਡ ਪ੍ਰਕਾਰ ਦੀਆਂ ਕਿਸਮਾਂ, ਕਿਉਂਕਿ ਜਿਹਦੇ 'ਚ ਮਾਦਾ ਹੋਰ ਹੁੰਦਾ, ਨਰ ਹੋਰ ਹੁੰਦਾ, ਉਸ ਪ੍ਰਕਾਰ ਦਾ ਪੈਦਾ ਕੀਤਾ ਹੋਇਆ ਬੀਜ, ਅਤੇ ਸਿਰਫ F1 ਜਨਰੇਸ਼ਨ, ਇਹ ਤੋਂ ਖਿਆਲ ਰੱਖਿਓ, ਇਹਦੀ ਅੱਗੇ ਇਸ ਬੀਜ ਤੋਂ ਆਪਾਂ ਅੱਗੇ ਮੱਕੀ ਨਹੀਂ ਲੈ ਸਕਦੇ। ਸੋ ਹਾਈਬ੍ਰਿਡ ਬੀਜ, ਹਾਈਬ੍ਰਿਡ ਪ੍ਰਕਾਰ ਦੀ ਮੱਕੀ ਹੀ ਆਪਾਂ ਕਾਸ਼ਤ ਕਰਨੀ ਹੈ। ਅਤੇ ਨਾ ਕੇਵਲ ਇਕੱਲੀ ਯੂਨੀਵਰਸਿਟੀ ਨੇ, ਪਰ 2-3 ਬਹੁਤ ਹੀ ਅੱਛੀਆਂ ਕੰਪਨੀਆਂ ਨੇ ਜਿਨ੍ਹਾਂ ਨੇ ਬਹੁਤ ਹੀ ਹਾਈ ਯੀਲਡਿੰਗ ਜਿਹੜੇ ਬੀਜ, ਉਹ ਲੋਕੀ ਆਪਣੀ ਪਸੰਦ ਦੇ ਮੁਤਾਬਕ, ਆਪਣੇ ਇਲਾਕੇ ਦੀ ਚੋਣ ਦੇ ਮੁਤਾਬਕ ਉਹ ਚੋਣ ਕਰਕੇ ਅਤੇ ਉਹ ਲਗਾ ਸਕਦੇ ਆ, ਪਰ ਹਾਈਬ੍ਰਿਡ ਬੀਜ ਹੀ ਆਪਾਂ ਕਾਸ਼ਤ ਕਰਨਾ ਹੈ। ਸੋ ਕਿਸਾਨ ਵੀਰੋ, ਕੰਪੋਜ਼ਿਟ ਕਿਸਮਾਂ ਦਾ ਹੁਣ ਸਮਾਂ ਨਹੀਂ ਰਿਹਾ। ਡਾਕਟਰ ਸਾਹਿਬ ਨੇ ਕਿਹਾ ਵੀ ਹਾਈਬ੍ਰਿਡ ਕਿਸਮ ਹੀ ਅਸੀਂ ਲਾਈਏ, ਤਾਂ ਹੀ ਸਾਨੂੰ ਝੋਨੇ ਦੇ ਬਰਾਬਰ ਆ ਜਿਹੜਾ ਮੁਨਾਫਾ ਹੋ ਸਕਦਾ ਹੈ। ਜੇ ਅਸੀਂ ਆਮ ਕਿਸਮ ਨੂੰ ਚੁਣ ਲਿਆ ਤਾਂ ਥੋੜ੍ਹਾ ਜਿਹਾ ਸਾਨੂੰ ਫਿਰ ਧੱਕਾ ਵੀ ਲੱਗ ਸਕਦਾ ਆਮਦਨ ਦੇ ਵਿੱਚ। ਸੋ ਕਿਸਾਨ ਵੀਰੋ, ਵਧੀਆ ਕੰਪਨੀ ਦੀ, ਵਧੀਆ ਤੁਹਾਡੇ ਇਲਾਕੇ ਦੇ ਵਿੱਚ ਬੀਜੀ ਜਾਣ ਵਾਲੀ ਜਿਹੜੀ ਫਸਲ ਹੈ, ਜਿਹੜੀ ਵੈਰਾਈਟੀ ਆ, ਉਹਨੂੰ ਤਰਜੀਹ ਦਿਓ। ਪਾਣੀ ਬਚਾਉਣ ਲਈ ਇਹ ਇੱਕ ਬਹੁਤ ਹੀ ਵਧੀਆ ਫਸਲ ਹੈ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਤੁਹਾਨੂੰ ਪਹਿਲਾਂ ਹੀ ਦੱਸਿਆ ਆ ਕਿ ਇਹਦੇ ਵਿੱਚ ਕੋਈ ਕੱਦੂ ਨਹੀਂ ਕਰਨਾ ਅਸੀਂ,
ਜਿੰਨਾ ਪਾਣੀ ਵਰਨਾ ਮੀਂਹ ਦਾ ਉਹ ਸਾਰਾ ਜ਼ਮੀਨ ਦੇ ਵਿੱਚ ਜੀਰ ਜਾਣਾ ਆ। ਭਾਵੇਂ ਮੱਕੀ ਵੱਧ ਪਾਣੀ ਲੈਂਦੀ ਆ, ਵੱਧ ਮੀਨਜ਼ ਮਤਲਬ ਬਾਕੀ ਫਸਲਾਂ ਦੇ ਮੁਕਾਬਲੇ 'ਚ, ਅਤੇ ਇਹ ਜਿਹੜੀ ਆ ਜੀਰਨ ਦੀ ਸਮਰੱਥਾ ਪਾਣੀ ਦੀ ਆ ਜਿਹੜੀ ਉਹ ਵੱਧ ਰੱਖਦੀ ਹੈ। ਸੋ ਸਾਡਾ ਪਾਣੀ ਹੈ ਜਿਹੜਾ ਅਜਾਈ ਨਹੀਂ ਜਾਂਦਾ, ਨਾ ਹੀ ਵਾਸ਼ਪੀਕਰਨ ਹੋ ਕੇ ਜਿਹੜਾ ਉੱਡਦਾ ਆ ਪਾਣੀ। ਸੋ ਸਾਰੇ ਦਾ ਸਾਰਾ ਜਿੰਨਾ ਵੀ ਵਰਿਆ, ਜਿੰਨਾ ਵੀ ਮੀਂਹ ਵਰਿਆ, ਉਹ ਸਾਰਾ ਜ਼ਮੀਨ ਦੇ ਵਿੱਚ ਚਲਾ ਜਾਣਾ। ਸੋ ਮੱਕੀ ਦੀ ਫਸਲ ਆਪਾਂ ਜ਼ਰੂਰ ਆਪਣੇ ਖੇਤਾਂ ਦੇ ਵਿੱਚ ਲਗਾਈਏ। ਇਹ ਨਹੀਂ ਕਹਿੰਦੇ ਕਿ ਅਸੀਂ ਸਾਰੇ ਦਾ ਸਾਰਾ ਰਕਬਾ ਇੱਕੋ ਵਾਰੀ ਰਿਪਲੇਸ ਕਰ ਦਿਓ, ਨਹੀਂ। ਜੇ ਤੁਸੀਂ 10 ਖੇਤ ਝੋਨੇ ਦੇ ਕਰਦੇ ਹੋ, 1 ਜਾਂ 2 ਖੇਤ ਮੱਕੀ ਵੱਲ ਨੂੰ ਜ਼ਰੂਰ ਮੁੜੋ। ਇਹਦੇ ਨਾਲ ਹੀ ਸਾਡਾ ਕਾਫੀ ਫਰਕ ਹੈ ਜਿਹੜਾ ਪਾਣੀ ਦੇ ਜ਼ਮੀਨ ਦੇ ਦੋਜ਼ ਪਾਣੀ ਦੇ ਲੈਵਲ ਦਾ ਫਰਕ ਪੈ ਜਾਣਾ ਹੈ। ਡਾਕਟਰ ਸਾਹਿਬ, ਆਉਣ ਵਾਲੇ ਸਮੇਂ ਦੇ ਵਿੱਚ ਮੱਕੀ ਲਾਉਣੀ ਹੈ ਕਿਸਾਨ ਵੀਰਾਂ ਨੇ, ਥੋੜ੍ਹਾ ਜਿਹਾ ਬਿਜਾਈ ਸੰਬੰਧੀ ਦੱਸ ਦਿਓ ਕਿ ਲਾਈਨਾਂ 'ਚ ਕਰਨ ਜਾਂ ਛਿੱਟਾ ਦੇ ਕੇ ਕਰਨ, ਕੀ ਆ, ਕਿੰਨਾ ਬੀਜ ਪਾਉਣ? ਬਿਹਤਰ ਇਹੀ ਹੁੰਦਾ ਹੈ ਇਹਦੇ ਵਿੱਚ, ਮੱਕੀ ਦੇ ਵਿੱਚ, ਕਿ ਇੱਕ ਤਾਂ ਇਹਨਾਂ ਦੀ ਬੂਟਿਆਂ ਦੀ ਤਾਦਾਦ ਜਿਹੜੀ ਹੈ 33,000, ਮਤਲਬ 5 ਵਾਰ 3 ਆ ਜਾਂਦਾ ਹੈ, 33,333 ਬੂਟੇ ਇਹ ਆਪਣਾ ਟਾਰਗੇਟ ਹੁੰਦਾ ਹੈ। ਇਹ ਇੰਨੇ ਬੂਟੇ ਲਗਾਉਣੇ ਬੜੇ ਲਾਜ਼ਮੀ ਹੁੰਦੇ ਨੇ ਖੇਤ ਦੇ ਵਿੱਚ। ਇਹ ਆਪਾਂ ਕਿਵੇਂ ਲਗਾਉਣੇ ਨੇ? ਬਿਹਤਰ ਇਹੀ ਹੁੰਦਾ ਹੈ ਵੱਟਾਂ ਦੇ ਉੱਤੇ ਜਾਂ ਬੈਡਾਂ ਦੇ ਉੱਤੇ। ਜੇ ਮੱਕੀ ਦੀ ਸੋਇੰਗ ਕੀਤੀ ਜਾਵੇ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈ। ਇਹ ਜਿਹੜੀਆਂ ਤਕਨੀਕਾਂ ਨੇ ਇਹ ਜ਼ਿਆਦਾ ਸਿਰ ਕੱਢਵੀਆਂ ਨੇ, ਜਿਹੜੇ ਕਿ ਆਪਾਂ ਆਮ ਜਿਹੜੀ ਰਵਾਇਤੀ ਢੰਗ ਨਾਲ ਆਪਾਂ ਮੱਕੀ ਲਗਾਉਂਦੇ ਹਾਂ। ਪਰ ਬੂਟਿਆਂ ਦੀ ਗਿਣਤੀ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ। 33,333 ਬੂਟੇ ਪਰ ਏਕੜ ਆਪਾਂ ਮੱਕੀ ਦੇ ਜ਼ਰੂਰ ਲਗਾਉਣੇ ਹੈਗੇ ਨੇ। ਸੋ ਕਿਸਾਨ ਵੀਰੋ, ਮੈਨੂੰ ਲੱਗਦਾ ਵੀ ਤਕਰੀਬਨ ਡਾਕਟਰ ਸਾਹਿਬ 8 ਕਿਲੋ ਬੀਜ ਕਿਸਾਨ ਵੀਰ ਪਾਉਂਦੇ ਨੇ, ਉਹਦੇ ਨਾਲ ਮੈਨੂੰ ਲੱਗਦਾ ਵੀ ਬੂਟਿਆਂ ਦੀ ਗਿਣਤੀ ਸਫੀਸ਼ੀਐਂਟ ਇੰਨੀ 33,333, 8 ਤੋਂ 10 ਕਿਲੋ ਬੀਜ ਦੀ ਮਾਤਰਾ ਜਿਹੜੀ ਸਿਫਾਰਿਸ਼ ਯੂਨੀਵਰਸਿਟੀ ਨੇ ਵੀ ਕੀਤੀ ਹੈ ਹਾਈਬ੍ਰਿਡ ਦੀ। ਸੋ ਮੈਨੂੰ ਲੱਗਦਾ ਵੀ ਬੂਟੇ ਉਹਦੇ ਨਾਲ ਪੂਰੇ ਹੋ ਜਾਣੇ ਆ। ਪੂਰੇ ਹੋ ਜਾਂਦੇ ਜੀ। ਸੋ ਕਿਸਾਨ ਵੀਰੋ, ਵਧੀਆ ਕਿਸਮ ਜਿਹੜੀ ਤੁਹਾਡੇ ਇਲਾਕੇ ਚੱਲਦੀ ਹੈ ਉਹ ਲੈ ਕੇ ਤੁਸੀਂ ਮਸ਼ੀਨ ਦੇ ਨਾਲ ਭਾਵੇਂ ਬਿਜਾਈ ਕਰ ਦਿਓ, ਜਾਂ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਬੈੱਡ ਬਣਾ ਕੇ ਦੋਨੋਂ ਸਾਈਡਾਂ 'ਤੇ ਉਹਨਾਂ ਦੇ ਆਪਾਂ ਮੱਕੀ ਲਾ ਦਈਏ, ਚੋਗਿਆਂ ਨਾਲ ਲਾ ਦਈਏ, ਚਾਹੇ ਵੱਟਾਂ 'ਤੇ ਲਾ ਦਈਏ, ਚੋਗਿਆਂ ਦੇ ਨਾਲ ਲਾ ਦਈਏ, ਹੱਥਾਂ ਦੇ ਨਾਲ। ਸੋ ਬਿਲਕੁਲ ਬੈੱਡ ਬਣਾਉਣ ਵਾਲੀ ਮਸ਼ੀਨ ਵੀ ਆਉਂਦੀ ਆ। ਤੁਸੀਂ ਉਹ ਮਸ਼ੀਨ ਜੇ ਉਪਲਬਧ ਹੋ ਜਾਵੇ ਨੇੜਿਓਂ ਤੁਹਾਨੂੰ ਖੇਤੀਬਾੜੀ ਮਹਿਕਮੇ ਤੋਂ ਜਾਂ ਖੇਤੀਬਾੜੀ ਯੂਨੀਵਰਸਿਟੀ ਦੇ ਇੱਥੇ ਕ੍ਰਿਸ਼ੀ ਵਿਗਿਆਨ ਕੇਂਦਰ ਆ ਉਹਦੇ ਤੋਂ, ਤਾਂ ਤੁਸੀਂ ਉਹਦੇ ਨਾਲ ਬਿਜਾਈ ਕਰੋ। ਤਾਂ ਮੈਨੂੰ ਲੱਗਦਾ ਵੀ ਜੇ ਵੱਧ ਬਰਸਾਤ ਹੋ ਜਾਂਦੀ ਆ, ਕਿਤੇ ਪਾਣੀ ਜ਼ਿਆਦਾ ਵੀ ਖੜ੍ਹ ਜਾਂਦਾ ਤੁਹਾਡੇ ਖੇਤ ਦੇ ਵਿੱਚ, ਤਾਂ ਜੇ ਬੈੱਡ 'ਤੇ ਜਾਂ ਵੱਟਾਂ 'ਤੇ ਲਾਈ ਹੋ ਤਾਂ ਮੱਕੀ ਮਰਨ ਦੇ ਚਾਂਸ ਘੱਟ ਜਾਂਦੇ ਆ। ਸੋ ਆਪਾਂ ਜੇ ਪਲੇਨ ਦੇ ਵਿੱਚ ਬਿਜਾਈ ਕਰਨ ਨਾਲੋਂ ਉਹਨੂੰ ਤਰਜੀਹ ਜ਼ਰੂਰ ਦਈਏ। ਸੋ ਬਾਕੀ ਰਹੀ ਗੱਲ, ਜੇ ਤੁਹਾਡੇ ਕੋਲ ਨਹੀਂ ਕੋਈ ਸਾਧਨ ਤਾਂ ਸਾਨੂੰ ਫਿਰ ਪਲੇਨ ਦੇ ਵਿੱਚ ਤਾਂ ਡਰਿਲ ਦੇ ਨਾਲ ਅਸੀਂ ਮਸ਼ੀਨ ਦੇ ਨਾਲ ਇਹ ਲਾ ਹੀ ਸਕਦੇ ਹਾਂ। ਡਾਕਟਰ ਸਾਹਿਬ, ਜਦੋਂ ਮੱਕੀ ਵੱਡੀ ਹੋ ਗਈ ਤਾਂ ਇਹਦੇ ਉੱਤੇ ਬਿਮਾਰੀਆਂ ਜਾਂ ਕੀੜੇ ਮਕੌੜੇ ਆਉਣੇ ਸੁਭਾਵਿਕ ਆ। ਕੀੜੇ ਮਕੌੜੇ ਵੀ ਤਾਂ ਹੀ ਆਉਂਦੇ ਆ ਜੇ ਜ਼ਿਆਦਾ ਯੂਰੀਆ ਜਾਂ ਜ਼ਿਆਦਾ ਖਾਦ ਪਾਈ ਹੋਊਗੀ। ਥੋੜ੍ਹਾ ਜਿਹਾ ਖਾਦਾਂ ਬਾਰੇ ਕਰੀਏ ਡਿਸਕਸ ਜ਼ਰੂਰ। ਇਹ ਕਿਸਾਨ ਵੀਰੋ, ਵੱਧ ਖਾਦ ਪਾਈ ਨੇ ਤੁਹਾਨੂੰ ਝਾੜ ਵੱਧ ਨਹੀਂ ਦੇਣਾ। ਇਹਦੇ ਰੂਪ ਦੇ ਵਿੱਚ ਤੁਹਾਨੂੰ ਮਿਲੇਗਾ ਵੱਧ ਕੀੜਿਆਂ ਦਾ ਹਮਲਾ, ਵੱਧ ਖਰਚਾ, ਅਤੇ ਤੁਹਾਡੀ ਜਿਹੜੀ ਹੈ ਵੱਧ ਮੁਨਾਫੇ ਦੇ ਵਿੱਚ ਘਾਟਾ। ਕਿਸਾਨ ਵੀਰੋ, ਖਾਦ ਸੋਚ ਸਮਝ ਕੇ, ਖਾਸ ਕਰਕੇ ਨਾਈਟ੍ਰੋਜਨ ਤੱਤ ਵਾਲੀ ਖਾਦ ਜਿਹੜੀ ਹੈ, ਜਿਹੜੀ ਕਿ ਬੂਟਿਆਂ ਨੂੰ ਵਾਧੇ ਦੇ ਵਿੱਚ ਰੱਖਦੀ ਹੈ, ਬੂਟਿਆਂ ਨੂੰ ਨਰਮਾਈ ਦੇ ਵਿੱਚ ਰੱਖਦੀ ਹੈ, ਉਹਦੀ ਜਿੰਨੀ ਤੁਸੀਂ ਸੁਚੱਜੀ ਵਰਤੋਂ ਕਰੋਗੇ, ਈਵਨ ਜੇ ਉਹਨੂੰ ਸਪਰੇਅ ਦੇ ਰੂਪ ਦੇ ਵਿੱਚ ਕਰੋਗੇ, ਗਰਾਊਂਡ ਐਪਲੀਕੇਸ਼ਨ ਨਹੀਂ ਕਰੋਗੇ ਉਹਦੀ, ਉਹ ਤੁਹਾਨੂੰ ਬਹੁਤ ਹੀ ਲਾਹੇਵੰਦ ਹੋਏਗੀ। ਇਹ ਹਮੇਸ਼ਾ ਯਾਦ ਰੱਖਿਓ, ਸਿਲੀਕੌਨ ਕੰਟੈਂਟ ਪੱਤਿਆਂ ਦੇ ਵਿੱਚ, ਭਾਵੇਂ ਉਹ ਕਿਸੇ ਵੀ ਬੂਟੇ ਦਾ ਹੋਵੇ। ਇੱਥੇ ਅੱਜ ਮੱਕੀ ਦੀ ਗੱਲ ਹੋ ਰਹੀ ਹੈ, ਜੇ ਸਿਲੀਕੌਨ ਬੂਟਾ ਸਖਤ ਹੋਵੇਗਾ, ਉਹ ਥੋੜ੍ਹਾ ਜਿਹਾ ਨਰਮਾਈ 'ਤੇ ਘੱਟ ਹੋਵੇਗਾ, ਉੱਥੇ ਬਿਮਾਰੀਆਂ ਵੀ ਘੱਟ ਲੱਗਦੀਆਂ, ਕੀੜੇ ਮਕੌੜੇ ਵੀ ਘੱਟ ਲੱਗਦੇ ਨੇ। ਉਹ ਉਸ ਬੂਟੇ ਨੂੰ ਖਾਣਾ ਪਸੰਦ ਹੀ ਨਹੀਂ ਕਰਦੇ ਜਿਹੜੇ ਜਿਹਦੇ ਵਿੱਚ ਸਿਲੀਕੌਨ ਕੰਟੈਂਟ ਜ਼ਿਆਦਾ ਹੁੰਦਾ। ਅਤੇ ਉਹ ਕਿਹਦੇ 'ਚ ਜ਼ਿਆਦਾ ਹੁੰਦਾ? ਜਿਹਨੂੰ ਆਪਾਂ ਨਾਈਟ੍ਰੋਜਨ ਦੀ ਖਾਦ ਬੜੀ ਸੁਚੱਜੇ ਢੰਗ ਨਾਲ ਅਤੇ ਬੜੀ ਲੋੜ ਅਨੁਸਾਰ ਪਾਈ ਹੁੰਦੀ ਹੈ। ਐਵੇਂ ਨਹੀਂ ਚੱਕ ਕੇ, ਮਤਲਬ ਤੁਸੀਂ ਇਸ ਚੀਜ਼ ਜਦੋਂ ਹਮੇਸ਼ਾ ਬੂਟੇ ਨੂੰ ਫਾਲਤੂ ਵਾਧੇ 'ਚ ਰੱਖਦੇ ਆ ਨਾ ਆਪਾਂ, ਓਵਰਡੋਜ਼ ਕਰਕੇ, ਉਹਦੇ ਨਾਲ ਫਿਰ ਕੀ ਹੁੰਦਾ ਹੈ, ਜਿਹੜੇ ਇਹ ਐਸੇ ਐਂਜ਼ਾਈਮ ਪ੍ਰੋਡਿਊਸ ਹੁੰਦੇ ਨੇ ਕਿ ਜਿਹੜੇ ਕੀੜੇ ਮਕੌੜਿਆਂ ਨੂੰ ਅਟਰੈਕਟ ਕਰਦੇ ਨੇ। ਇਸ ਕਰਕੇ ਆਪਣੇ ਜਿਹੜੇ ਹੈ ਇਹਦੇ 'ਤੇ ਫਿਰ ਕੀੜਿਆਂ ਦਾ ਹਮਲਾ ਵੀ ਜ਼ਿਆਦਾ ਹੁੰਦਾ, ਅਤੇ ਉਹਦੇ ਨਾਲ ਉਦੋਂ ਬਾਅਦ ਫਿਰ ਬਿਮਾਰੀਆਂ ਦਾ ਹਮਲਾ ਵੀ ਬਹੁਤ ਜ਼ਿਆਦਾ ਹੁੰਦਾ। ਸੋ ਜਿਹੜੀ ਖਾਦਾਂ ਦੀ ਵਰਤੋਂ ਹੈ ਉਹ ਐਜ਼ ਪਰ ਪੈਕੇਜ ਆਫ ਪ੍ਰੈਕਟਿਸ ਯੂਨੀਵਰਸਿਟੀ ਨੇ ਜਿਹੜੀ ਕਿਤਾਬ ਬਣਾਈ ਹੋਈ ਆ, ਉਹਦੇ ਅਨੁਸਾਰ ਪ੍ਰਤੀ ਏਕੜ ਉਸੇ ਪ੍ਰਕਾਰ ਆਪਾਂ ਨੂੰ ਕਰਨੀ ਚਾਹੀਦੀ ਹੈ। ਸੋ ਦੇਖੋ ਕਿਸਾਨ ਵੀਰੋ, ਯੂਰੀਆ ਹੁਣ ਤਾਂ ਮੈਨੂੰ ਲੱਗਦਾ ਬੋਰਿਆਂ ਦੇ ਵਿੱਚ ਨਹੀਂ, ਸ਼ੀਸ਼ੀਆਂ ਦੇ ਵਿੱਚ ਵੀ ਆਉਣ ਲੱਗ ਗਿਆ। ਅੱਛੀ ਗੱਲ ਹੈ। ਸੋ ਗੱਲ ਕਰਦੇ ਹਾਂ ਆਪਾਂ, ਵੱਧ ਯੂਰੀਆ ਨਾ ਪਾਇਆ ਜਾਵੇ ਖੇਤ ਦੇ ਵਿੱਚ, ਜਿਹੜਾ ਕਿ ਬਿਮਾਰੀਆਂ ਅਤੇ ਕੀੜਿਆਂ ਨੂੰ ਸੱਦਾ ਦਿੰਦਾ ਆ। ਸੋ ਜੇ ਜ਼ਮੀਨ ਦੇ ਵਿੱਚ ਪਾਵਾਂਗੇ ਤਾਂ ਵੱਧ ਜ਼ਮੀਨ ਵੀ ਖਰਾਬ ਹੋ ਰਹੀ ਹੈ ਸਾਡੀ। ਸੋ ਕੁਦਰਤੀ ਸੋਮੇ ਜੇ ਬਚਾਉਣੇ ਆ ਤਾਂ ਸਾਨੂੰ ਲੋੜ ਹੈ ਕਿ
ਇਹਦੀ ਅਸੀਂ ਛਿੜਕਾਅ ਕਰੀਏ ਖਾਦ ਦਾ। ਡਾਕਟਰ ਸਾਹਿਬ ਨੇ ਤੁਹਾਨੂੰ ਦੱਸ ਹੀ ਦਿੱਤਾ ਵਿਸਥਾਰ ਦੇ ਨਾਲ ਕਿ ਅਸੀਂ ਜੇਕਰ ਛਿੜਕਾਅ ਕਰਾਂਗੇ ਤਾਂ ਸਾਰੇ ਦਾ ਸਾਰਾ, ਨਾਲੇ ਤਾਂ ਖਾਦ ਆ ਜਿਹੜੀ ਪੱਤਿਆਂ ਦੇ ਵਿੱਚ ਦੀ ਜਾ ਕੇ ਜੜ੍ਹਾਂ ਦੇ ਵਿੱਚ ਜਾਂਦੀ ਆ, ਬੂਟਾ ਨਰਵਾ ਹੁੰਦਾ, ਪੱਤਾ ਜਿਹੜਾ ਬੂਟਾ ਵੱਧਦਾ ਫੁੱਲਦਾ ਆ, ਸੋ ਉਹਦੇ ਨਾਲ ਹੀ ਝਾੜ ਵਧਣਾ ਆ। ਸੋ ਥੋੜ੍ਹਾ ਜਿਹਾ ਮੈਂ ਲਿਕੁਇਡ ਯੂਰੀਆ ਬਾਰੇ ਗੱਲ ਕਰੂੰਗਾ, ਕਿਉਂਕਿ ਹੁਣ ਸਾਨੂੰ ਬੋਰੀਆਂ ਦੇ ਵਿੱਚ ਨਹੀਂ ਬਲਕਿ ਸ਼ੀਸ਼ੀਆਂ ਦੇ ਵਿੱਚ ਯੂਰੀਆ ਮਿਲਿਆ ਕਰੂਗਾ। ਡਾਕਟਰ ਸਾਹਿਬ ਤੋਂ ਪੁੱਛਦੇ ਹਾਂ ਉਹ ਕੀ ਹੈ। ਇਹ ਜਿੰਨੀ ਵੀ ਹੁਣ ਆਪਾਂ ਜੇ ਕਿਸੇ ਕਿਸਾਨ ਵੀਰ ਨੇ ਯੂਰੀਆ ਬਣਦਾ ਦੇਖਿਆ ਹੋਵੇ ਤਾਂ ਉਹ ਜਾਣਦਾ ਹੋਏਗਾ ਵੀ ਯੂਰੀਆ ਦਾ ਰॉ ਮਟੀਰੀਅਲ ਕੁਝ ਨਹੀਂ ਹੁੰਦਾ। ਇਹ ਹਵਾ 'ਚੋਂ ਕਲੈਕਟ ਕੀਤਾ ਜਾਂਦਾ ਹੈ। ਸੋ ਇਹ ਜਦੋਂ 46% ਹਵਾ ਨੂੰ ਜਦੋਂ ਮਤਲਬ ਨਾਈਟ੍ਰੋਜਨ ਜਦੋਂ 46% ਇਕੱਠੀ ਕਰ ਲੈਂਦੇ ਆ ਪ੍ਰੈਸ ਕਰਕੇ ਤਾਂ ਆਟੋਮੈਟਿਕਲੀ ਆਪਣੇ ਆਪ ਇੱਕ ਗੋਲੀ ਦਾ ਰੂਪ ਧਾਰਨ ਕਰ ਲੈਂਦੀ ਹੈ ਹਵਾ। ਇਹ ਹਵਾ ਦੇ ਵਿੱਚੋਂ ਫੜੀ ਹੋਈ ਨਾਈਟ੍ਰੋਜਨ ਹੁੰਦੀ ਹੈ। ਇਹ ਜਦੋਂ ਹੀ ਇਹ ਧਰਤੀ ਦੇ ਨਾਲ ਟੱਚ ਕਰਦੀ ਹੈ ਤਾਂ ਇਹ ਹਵਾ ਦੇ ਵਿੱਚ ਹੀ ਮੁੜ ਕੇ ਜਿੰਨੀ ਕੁ ਤਾਂ ਧਰਤੀ ਨੇ ਚੂਸ ਲਈ, ਬਾਕੀ ਇਹਨੇ ਹਵਾ ਦੇ ਵਿੱਚ ਹੀ ਵਿਲੀਨ ਹੋ ਜਾਣਾ ਹੁੰਦਾ। ਲਿਕੁਇਡ ਨਾਈਟ੍ਰੋਜਨ ਇੱਕ ਤਾਂ ਹੁੰਦੀ ਹੈ ਚੀਜ਼ਾਂ ਨੂੰ ਠੰਡੇ ਰੱਖਣ ਵਾਲੀ, ਇੱਕ ਹੋ ਗਈ ਜਿਹੜੀ ਫਰਟੀਲਾਈਜ਼ਰ ਐਜ਼ ਇਨ ਦੀ ਫਾਰਮ ਆਫ ਲਿਕੁਇਡ, ਤਰਲ ਲਿਕੁਇਡ। ਉਹਦੇ ਵਿੱਚ ਕੀ ਹੁੰਦਾ ਹੈ, ਉਹਦੇ ਵਿੱਚ ਜਦੋਂ ਆਪਾਂ 1% ਦੀ ਸਪਰੇਅ ਕਰਦੇ ਹਾਂ, ਹਮੇਸ਼ਾ ਹੀ ਰਿਕਮੈਂਡ ਕੀਤੀ ਜਾਂਦੀ ਹੈ ਵੀ 1 ਕਿਲੋ ਤੁਸੀਂ ਮਤਲਬ 1 ਲੀਟਰ ਤੁਸੀਂ ਉਹ ਲੈ ਲਓ ਤਰਲ ਲਿਕੁਇਡ ਤੇ 100 ਲੀਟਰ ਪਾਣੀ ਲੈ ਕੇ ਉਹਦਾ ਘੋਲ ਬਣਾ ਕੇ 1% ਦੀ ਸਪਰੇਅ ਵਾਈਡ ਸਪੈਕਟਰਮ ਸਪਰੇਅ ਕਰ ਦਿਓ। ਇਹ ਜਿਹੜੀ ਯੂਰੀਆ ਨੋ ਡਾਊਟ ਵੀ ਇਹ ਇੱਕ ਖੁਰਾਕ ਹੈ, ਇੱਕ ਬੂਟੇ ਨੇ ਵਧਣਾ, ਫੁੱਲਣਾ, ਲੰਬਾ ਹੋਣਾ, ਉੱਚਾ ਹੋਣਾ, ਇਹ ਯੂਰੀਆ ਖਾ ਕੇ ਹੀ ਹੋਣਾ। ਪਰ ਇਹਨੂੰ ਤੁਸੀਂ ਜੇ ਇਹ ਤਰਲ ਰੂਪ ਦੇ ਵਿੱਚ ਦਿੰਦੇ ਹੋ, ਜਿਵੇਂ ਤੁਸੀਂ ਬਹੁਤ ਸਹੀ ਫਰਮਾਇਆ ਵੀ ਜਦੋਂ ਪੱਤਿਆਂ ਦੇ ਰਾਹੀਂ ਯੂਰੀਆ ਜਦੋਂ ਉਹਦੇ ਬੂਟੇ ਦੇ ਵਿੱਚ ਜਾਂਦਾ ਤਾਂ ਉਹ ਜ਼ਮੀਨ ਨਾਲੋਂ ਕੰਟੈਕਟ ਆਪਣਾ ਬਿਲਕੁਲ ਖਤਮ ਕਰ ਦਿੰਦਾ ਅਤੇ ਉਹਦੀ ਜਿਹੜੀ ਜਿਹੜੀ ਇਵੈਪੋਰੇਸ਼ਨ ਹੋਣੀ ਹੈ, ਵੈਪੋ ਟਰਾਂਸਪੀਰੇਸ਼ਨ ਹੋਣੀ ਹੈ, ਉਹ ਬਿਲਕੁਲ ਹੀ ਘਟ ਜਾਂਦੀ ਹੈ। ਸੋ ਆਪਣਾ ਜਿਹੜਾ ਹੈ ਇਹਦੇ ਵਿੱਚ ਜਿਹੜੀ ਆਪਾਂ ਇਹਦੇ 'ਚ ਫਰਟੀਲਾਈਜ਼ਰ ਅਪਲਾਈ ਕੀਤਾ ਹੈ ਉਹਦੀ ਐਫੀਕੇਸੀ ਬਹੁਤ ਮੈਨੀ ਟਾਈਮਸ ਵੱਧ ਜਾਂਦੀ ਹੈ। ਸੋ ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਵੀ ਇਫ ਪੋਸੀਬਲ ਤਾਂ ਖਾਦਾਂ ਨੂੰ ਵੀ ਸਪਰੇਅ ਦੇ ਰੂਪ ਦੇ ਵਿੱਚ ਕਰੋ। ਡਾਕਟਰ ਸਾਹਿਬ ਬਹੁਤਾ ਨਹੀਂ ਸੀ ਵੱਧਦੇ ਕਿਸਾਨ ਵੀਰ ਮੱਕੀ ਵੱਲ ਨੂੰ, ਕਿਉਂਕਿ ਇਹਦੇ 'ਤੇ 2 ਸਾਲ ਹੋ ਗਏ। ਇੱਕ ਪਿਛਲੇ ਸਮੇਂ ਦੇ ਦੌਰਾਨ ਕੀੜਾ ਸੀ, ਇੱਕ ਫਾਲ ਆਰਮੀ ਵਰਮ ਬਹੁਤ ਜ਼ਿਆਦਾ ਆਉਣ ਲੱਗ ਗਿਆ। ਸੋ ਉਹ ਜਿਹੜਾ ਕੀੜਾ ਆਉਣ ਲੱਗ ਗਿਆ, ਕਿਉਂ ਆਇਆ, ਉਹਨੇ ਤਾਂ ਮੱਕੀ ਬਿਲਕੁਲ ਹੀ ਤਬਾਹ ਕਰਤੀ, ਕਿਸਾਨ ਵੀਰਾਂ ਦੇ ਕੰਨਾਂ ਨੂੰ ਹੱਥ ਲਵਾਤੇ ਆ। ਸੋ ਕੀ ਕਰੀਏ ਤਾਂ ਕਿ ਉਹ ਤੋਂ ਬਚਾਅ ਰਹਿ ਸਕੇ। ਇਹ ਇੱਕ ਬਹੁਤ ਹੀ ਭਿਅੰਕਰ ਰੂਪ ਦੇ ਵਿੱਚ ਫਾਲ ਆਰਮੀ ਵਰਮ ਨਾਮ ਦਾ ਕੀੜਾ, ਜਿਹਦੀ ਕਿ ਨਿਸ਼ਾਨੀ ਦੇ ਵਜੋਂ ਜੇ ਮੈਂ ਦੱਸ ਦਿਆਂ ਤੁਹਾਨੂੰ, ਉਹਦੇ ਸਿਰ ਦੇ ਪਿਛਲੇ ਪਾਸੇ ਅੰਗਰੇਜ਼ੀ ਦਾ ਵਾਈ ਅੱਖਰ, ਜਿਵੇਂ ਉਸ ਟਾਈਪ ਦੀਆਂ ਲਾਈਨਾਂ ਤੇ ਨਾਲ ਦਾਣੇ ਲੱਗੇ ਹੁੰਦੇ ਨੇ। ਇਹਦੀ ਬੜੀ ਸੁੰਡੀ ਦੀ ਨਿਸ਼ਾਨੀ ਹੈ, ਸਿਰ ਦੇ ਪਿਛਲੇ ਪਾਸੇ ਵਾਈ ਬਣਿਆ ਹੁੰਦਾ ਹੈ। ਅਤੇ ਇਹ ਜਿਹੜਾ ਬਹੁਤ ਕਾਫੀ ਹੱਦ ਤੱਕ ਇਹ ਗੜੂਏ ਸਟੈਮ ਬੋਰਰ ਨਾਲ ਮਿਲਦੀ ਜੁਲਦੀ ਇਹਦੀ ਸ਼ਕਲ ਹੁੰਦੀ ਹੈ, ਪਰ ਉਹ ਜਿਹੜਾ ਵਾਈ ਪਰ ਇਹਦੀ ਦੇਖੋ, ਇਹ ਕੀੜਾ ਇੰਨਾ, ਜਦੋਂ ਵੀ ਕਦੇ ਪੈਸਟੀਸਾਈਡ ਆਪਾਂ ਅਪਲਾਈ ਕਰਦੇ ਹਾਂ, ਇਹ ਇੰਨਾ ਤੇਜ਼ ਹੈ ਇਹਦੀ ਸੁੰਡੀ ਕਿ ਇਹਦੇ ਵਿੱਚ ਇਹ ਸਮਰੱਥਾ ਹੈ ਕਿ ਉਹ ਖਾਣਾ ਛੱਡ ਦਿੰਦੀ ਹੈ, ਉਹਨੂੰ ਸੈਂਸ ਹੋ ਜਾਂਦੀ ਹੈ ਅਤੇ ਇਸ ਕਰਕੇ ਇਹ ਤਣੇ ਦੇ ਗੜੂਆਂ ਦੇ ਵਿੱਚ ਹੀ ਬੈਠੀ ਰਹਿੰਦੀ ਹੈ। ਉਹਨੂੰ ਬਹੁਤ ਜਲਦੀ ਪਤਾ ਲੱਗਦਾ ਹੈ। ਸਟੈਮ ਬੋਰਰ ਬਹੁਤ ਜਲਦੀ ਮਰ ਜਾਂਦਾ, ਕਿਉਂਕਿ ਸਟੈਮ ਬੋਰਰ ਇੱਕ ਅਗਰੈਸਿਵ ਫੀਡਰ ਹੈ, ਵੀ ਬਹੁਤ ਜਲਦੀ ਪੱਤਿਆਂ ਨੂੰ ਖਾਂਦਾ। ਸਟੈਮ ਬੋਰਰ ਵੀ ਹਮਲਾ ਕਰਦਾ, ਜਿਹੜਾ ਉਹ ਵੀ ਬਹੁਤ ਮੱਖੀ ਨੂੰ ਨੁਕਸਾਨ ਪਹੁੰਚਾਉਂਦਾ। ਪਰ ਜਿਹੜਾ ਫਾਲ ਆਰਮੀ ਵਰਮ ਹੈ, ਇਹ ਉਹਦੇ ਵਰਗਾ ਹੀ ਸੁੰਡੀ ਆ, ਪਰ ਇਹ ਉਦੋਂ ਥੋੜ੍ਹੀ ਚਲਾਕ ਹੈ। ਜਦੋਂ ਹੀ ਆਪਾਂ ਇਨਸੈਕਟੀਸਾਈਡ ਜਦੋਂ ਪਾਉਂਦੇ ਹਾਂ ਇਹਦੇ 'ਤੇ, ਉਹਨੂੰ ਪਤਾ ਲੱਗ ਜਾਂਦਾ। ਇੱਕ ਹੋਰ ਜਿਹੜੀ ਇਹ ਜ਼ਿਆਦਾਤਰ 'ਤੇ ਜਿੱਥੇ ਗਰਮੀ ਜ਼ਿਆਦਾ ਹੋਵੇ, ਗਰਮੀ ਦੇ ਵੇਲੇ ਇਹ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦਾ। ਨੰਬਰ 2, ਜਦੋਂ ਖੇਤ ਦੇ ਵਿੱਚ ਖੁਸ਼ਕੀ ਹੋਵੇ ਉਦੋਂ ਸਪਰੇਅ ਕੀਤੀ ਹੋਵੇ, ਉਸ ਸਪਰੇਅ ਦਾ ਬਿਲਕੁਲ ਵੀ ਇਸ ਕੀੜੇ ਦੇ ਉੱਤੇ ਅਸਰ ਨਹੀਂ ਹੁੰਦਾ। ਸੋ ਜਦੋਂ ਇਹਦੀ ਫੀਡਿੰਗ ਕਰਨ ਦੀ ਜਦੋਂ ਆਪਾਂ ਓਵਰਡੋਜ਼ ਪਾ ਦਈਏ ਜਾਂ ਕੋਈ ਲੋੜ ਨਾਲੋਂ ਵੱਧ ਕੇ ਡੋਜ਼ ਪਾਉਂਦੇ ਆ ਜਾਂ ਅਨਰਿਕਮੈਂਡਡ ਪੈਸਟੀਸਾਈਡ ਪਾਉਂਦੇ ਆ, ਇਹਨੂੰ ਝੱਟ ਪਤਾ ਲੱਗ ਜਾਂਦਾ ਇਸ ਕੀੜੇ ਨੂੰ। ਇੱਕ ਇਹਦੇ 'ਚ ਸਭ ਤੋਂ ਵੱਡੀ ਤਰਾਸਦੀ ਇਹ ਹੈ ਵੀ ਇਹ ਵੱਧਦਾ ਫੁੱਲਦਾ ਬਹੁਤ ਜ਼ਿਆਦਾ ਹੈ। ਮਤਲਬ ਜਿਵੇਂ ਪੱਤੇ ਤੋਂ ਪੱਤਾ, ਖੇਤ ਤੋਂ ਖੇਤ ਅੱਗੇ ਬਹੁਤ ਜ਼ਿਆਦਾ ਇਹ ਵੱਧਦਾ ਫੁੱਲਦਾ ਹੈ। ਅਤੇ ਇਸ ਤੋਂ ਇਲਾਵਾ ਕਿਸਾਨ ਵੀਰ ਇਹ ਵੀ ਬੜਾ ਖਿਆਲ ਰੱਖਣ, ਜਿਹੜੇ ਖੇਤਾਂ 'ਚ ਫਾਲ ਆਰਮੀ ਵਰਮ ਆ ਗਿਆ, ਉਹ ਖੇਤ ਨੂੰ ਪਾਸੇ ਆਇਡੈਂਟੀਫਾਈ ਕਰਕੇ ਉਹਨੂੰ ਸਾਈਡ 'ਤੇ ਕਰਕੇ ਉੱਥੋਂ ਇਲਾਵਾ ਨਵੀਂ ਮੱਕੀ ਕਿਤੇ ਹੋਰ ਜਾ ਕੇ ਲਗਾਉਣ। ਇਹਦਾ ਜਿਹੜਾ ਹਮਲਾ ਸੀ, ਕਿਉਂਕਿ ਮੇਰੇ ਯਾਦ ਆ ਗਿਆ ਕਿ ਹਮਲਾ ਸੀ ਜਿਹੜਾ ਜ਼ਿਆਦਾ ਇਹਦਾ ਗੋਭ ਦੇ ਵਿੱਚ ਹੁੰਦਾ ਸੀ। ਜੀ। ਕਿਉਂਕਿ ਪਿਛਲੇ ਵਾਰ ਦੇਖਿਆ ਅਸੀਂ, ਪਿਛਲੇ ਸਾਲ ਵੀ ਕਾਫੀ ਗੰਭੀਰ ਸੀ ਜਿਹੜਾ ਇਹਦਾ ਅਸਰ ਹੋਇਆ, ਅਤੇ ਕਿਸਾਨ ਵੀਰਾਂ ਨੂੰ ਫਸਲ ਵਾਹੁਣੀ ਵੀ ਪੈ ਗਈ, ਕਿਉਂਕਿ ਗੋਭ ਦੇ ਵਿੱਚ ਇਹ ਲੁਕ ਜਾਂਦਾ ਜਿੱਥੇ ਸਪਰੇਅ ਨਹੀਂ ਸੀ ਕਰ ਹੁੰਦੀ।
ਤੇ ਤੁਸੀਂ ਹੁਣ ਦੱਸ ਰਹੇ ਹੋ ਕਿ ਇਹਨੂੰ ਪਤਾ ਲੱਗ ਜਾਂਦਾ ਦਵਾਈ ਦੇ ਛਿੜਕਾਅ ਦਾ। ਇਹ ਖੁਰਚ ਕੇ ਤੇ ਝਰੀਟਾਂ ਪਾ ਕੇ ਇਹਦੇ ਜਿਹੜੇ ਸਿੰਪਟਮ ਹੈ, ਜਿੱਥੋਂ ਆਪਾਂ ਨੂੰ ਪਤਾ ਇਹ ਬੜਾ ਹੌਲੀ, ਮਤਲਬ ਇਹ ਐਗਰੈਸਿਵ ਫੀਡਰ ਨਹੀਂ ਹੈਗਾ, ਨੁਕਸਾਨ ਬਹੁਤ ਜ਼ਿਆਦਾ ਕਰਦਾ ਹੈ, ਮਰਦਾ ਨਹੀਂ ਹੈ, ਉੱਥੇ ਗੋਭ 'ਚ ਬੈਠਾ ਰਹਿੰਦਾ, ਨਾ ਇਹ ਆਪ ਵੱਧਦਾ ਨਾ ਬੂਟੇ ਨੂੰ ਵਧਣ ਦਿੰਦਾ। ਇਸ ਕਰਕੇ ਇਹ ਬਹੁਤ ਖਤਰਨਾਕ ਕੀੜਾ ਹੈ। ਕੀ ਇਹਨੂੰ ਫਿਰ ਆਪਾਂ ਕੰਟਰੋਲ ਨਹੀਂ ਕਰ ਸਕਦੇ, ਜਾਂ ਆਪਾਂ ਉਸ ਥਾਂ ਤੇ ਤੁਸੀਂ ਦੱਸਿਆ ਵੀ ਫਸਲ ਨਾ ਲਗਾਈਏ, ਨਵੇਂ ਖੇਤ ਚ ਲਾਈਏ? ਨਹੀਂ, ਉਹ ਇਹਦਾ ਫੈਲਾਵ ਨੂੰ ਰੋਕਣ ਲਈ ਕਹਿ ਰਿਹਾ ਮੈਂ ਵੀ ਉਹ ਮੌਕੇ ਦੇ ਉੱਤੇ, ਕਿਉਂਕਿ ਇੱਕ ਮੱਕੀ ਜਿੱਥੇ ਆਪਾਂ ਮੱਕੀ ਦਾ ਏਰੀਆ ਹੁੰਦਾ ਹੈ, ਉਹ ਆਪਾਂ ਥੋੜ੍ਹੇ ਦਿਨਾਂ ਦੇ ਵਕਤ ਤੋਂ ਵੀ ਆਪਣੀ ਚਾਰੇ ਦੀ ਰੂਪ ਦੇ ਵਿੱਚ ਵੀ ਉਹ ਆਪਾਂ ਲਗਾਉਂਦੇ ਆ ਅਲੱਗ-ਅਲੱਗ ਮਤਲਬ ਇਹਦੇ ਫੈਲਾਅ ਨੂੰ ਰੋਕਣ ਲਈ ਮੈਂ ਇਹ ਸਿਫਾਰਿਸ਼ ਕਰਦਾ ਕਿ ਇਹ ਜਿਹੜੇ ਖੇਤ ਦੇ ਵਿੱਚ ਫਾਲ ਆਰਮੀ ਵਰਮ ਦਾ ਹਮਲਾ ਹੋ ਜਾਂਦਾ ਉਹਨੂੰ ਥੋੜ੍ਹਾ ਆਈਸੋਲੇਟ ਕਰ ਦਿੱਤਾ ਜਾਵੇ, ਉਹ ਖੇਤ ਨੂੰ ਵੱਖ ਕਰ ਦਿੱਤਾ ਜਾਵੇ, ਤਾਂ ਕਿ ਇਹਦਾ ਵਧਣ ਫੁੱਲਣ 'ਚ ਇਹਦੀ ਵੀ ਅਗਲੇ ਖੇਤਾਂ 'ਤੇ ਨਾ ਟਰਾਂਸਫਰ ਹੋ ਜੇ। ਸੋ ਦੇਖੋ ਕਿਸਾਨ ਵੀਰੋ, ਡਾਕਟਰ ਸਾਹਿਬ ਨੇ ਦੱਸਿਆ ਕਿ ਜੇ ਅਸੀਂ ਇਹਨੂੰ ਚੰਗੀ ਤਰ੍ਹਾਂ ਕੰਟਰੋਲ ਕਰਨਾ ਤਾਂ ਜਿਹੜੇ ਪਿਛਲੇ ਸਾਲ ਜਿਹੜੇ ਥਾਂ ਤੇ ਅਸੀਂ ਬੀਜਿਆ ਸੀ ਉਹ ਖੇਤ ਦੇ ਨੂੰ ਛੱਡ ਦਈਏ, ਅਸੀਂ ਨਵੇਂ ਥਾਂ ਤੇ ਮੱਕੀ ਲਾਈਏ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਦੇ ਹਮਲੇ ਤੋਂ ਫਾਲ ਆਰਮੀ ਵਰਮ ਦੇ ਹਮਲੇ ਤੋਂ ਬਚ ਸਕੀਏ। ਡਾਕਟਰ ਸਾਹਿਬ, ਕੀ ਫਿਰ ਇਹਦਾ ਕੰਟਰੋਲ ਕੀ ਕਰੀਏ? ਦੋ ਪ੍ਰਕਾਰ ਦੀਆਂ ਜਿਹੜੀਆਂ ਆਪਣੇ ਕੋਲੇ ਸਾਲਟ ਹੈਗੇ ਨੇ ਬੜੇ ਇਫੈਕਟਿਵ ਇਹਦੇ ਲਈ। ਹੁਣ ਕਿਸਾਨ ਵੀਰਾਂ ਨੇ ਇੱਥੇ ਇੱਕ ਬੜੇ ਧਿਆਨ ਨਾਲ ਗੱਲ ਸੁਣਨੀ ਹੈ, ਕਿਉਂਕਿ ਇਹ ਜਿਹੜਾ ਕੀੜਾ ਹੈ ਇਹ ਬੜੀ ਜਲਦੀ, ਮਤਲਬ ਇਹਦੇ 'ਚ ਬੜੀ ਅੱਛੀ ਉਹ ਸੈਂਸਿੰਗ ਕਪੈਸਿਟੀ ਬਹੁਤ ਇਹਦੀ ਵਧੀਆ ਹੈ, ਅਤੇ ਇਹਨੇ ਕੀ ਕਰਨਾ ਹੁੰਦਾ ਹੈ, ਆਪਾਂ ਨੂੰ ਇਹਨੂੰ ਜ਼ਬਰਦਸਤੀ ਦੇ ਨਾਲ, ਅੱਜ ਕੱਲ੍ਹ ਤਾਂ ਸਪੂਨ ਫੀਡਿੰਗ ਵੀ ਆਪਾਂ ਕਰਦੇ ਹਾਂ, ਜਿਹੜਾ ਇੱਕ 10 ਕਿਲੋ ਰੇਤਾ ਲੈ ਕੇ ਅਤੇ 1 ਲੀਟਰ ਪਾਣੀ ਲੈ ਕੇ ਐਂਡ 10 ਗ੍ਰਾਮਸ ਦੀ ਦਵਾਈ, ਡੈਲੀਕੇਟ ਨਾਮ ਦੀ ਦਵਾਈ ਹੈ ਜਿਹੜੀ, ਉਹਨੂੰ ਆਪਾਂ ਇੱਕ ਮਿਸ਼ਰਣ ਦੇ ਵਿੱਚ ਇੱਕ ਚੂਰਨ ਦੇ ਰੂਪ 'ਚ ਬਣਾ ਲੈਂਦੇ ਹਾਂ, ਅਤੇ ਉਹ ਚਮਚੇ ਦੇ ਨਾਲ ਵੀ ਆਪਾਂ ਉਹਦੇ ਵਿੱਚ ਪਾਉਂਦੇ ਹਾਂ, ਗੋਭਾਂ 'ਚ ਪਾਉਂਦੇ ਹਾਂ, ਉਹਦੇ ਨਾਲ ਇਹਨੂੰ, ਉਹ ਵੀ ਉੱਥੇ ਜਿੱਥੇ ਧੌੜੀਆਂ ਦੇ ਵਿੱਚ ਇਹ ਤਾਂ ਚੰਗਾ ਅਟੈਕ ਹੋਇਆ ਹੋਵੇ। ਬਾਕੀ ਜਦੋਂ ਤੁਸੀਂ ਸਪਰੇਅ ਕਰਨੀ ਹੈ ਤਾਂ ਤੁਸੀਂ ਇਹ ਖਿਆਲ, ਤੁਹਾਨੂੰ ਸਾਫ਼ ਹੀ ਉਹ ਝਰੀਟਾਂ ਵਾਲੇ ਪੱਤੇ ਤੁਹਾਨੂੰ ਦਿਖ ਜਾਂਦੇ ਨੇ ਜਦੋਂ ਇਹਦੇ ਸਿੰਪਟਮਸ ਵਾਲੇ ਪੱਤੇ ਨੇ, ਜਿੱਥੇ ਖੁਰਚ ਕੇ, ਅਤੇ ਉੱਥੇ ਤੁਸੀਂ ਜਾ ਕੇ ਆਪਣਾ ਇੱਕ ਤਾਂ ਪਿੱਠੂ ਪੰਪ ਨਾਲ ਸਪਰੇਅ ਕਰੋ, ਨੈਪਸੈਕ ਸਪਰੇਅਰ ਨਾਲ, ਜਿਹੜਾ ਕਿ ਤੁਹਾਡੇ ਬੂਟੇ ਦੇ ਕੋਲੇ ਪਹੁੰਚ ਕੇ ਸਪਰੇਅ ਕਰੋ, ਦੂਰੋਂ ਨਹੀਂ ਸਪਰੇਅ ਕਰਨੀ, ਆਪਾਂ ਫੀਲਡ ਦੇ ਬਾਹਰੋਂ ਖੜ੍ਹ ਕੇ ਸਪਰੇਅ ਨਹੀਂ ਕਰਨੀ ਹੈ ਕਦੇ, ਬੂਟੇ ਦੇ ਉੱਪਰ ਜਾ ਕੇ ਸਪਰੇਅ ਕਰਨੀ ਹੈ, ਕਿਉਂਕਿ ਇਹ ਜਿਹੜਾ ਕੀੜਾ ਹੈ ਇਹ ਛੋਟੀ ਅਵਸਥਾ ਦੇ ਵਿੱਚ ਬਹੁਤ ਜ਼ਿਆਦਾ ਅਟੈਕ ਕਰਦਾ, ਬੂਟੇ ਨੂੰ ਵੱਡਾ ਹੀ ਨਹੀਂ ਹੋਣ ਦਿੰਦਾ, ਬੂਟੇ ਦੇ ਉੱਤੇ ਚੜ੍ਹਾਈ ਕਰਕੇ ਆਪਾਂ ਇੱਕ ਤਰ੍ਹਾਂ ਦੀ ਸਪਰੇਅ ਕਰਨੀ ਹੈ ਇਹਦੇ 'ਤੇ। ਬਿਲਕੁਲ ਤੁਸੀਂ ਠੀਕ ਕਿਹਾ ਡਾਕਟਰ ਸਾਹਿਬ। ਸੋ ਕਿਸਾਨ ਵੀਰੋ, ਗੱਲ ਇਹ ਹੈ ਵੀ ਦੇਖੋ, ਇਹ ਕੀੜਾ ਗੋਭ ਦੇ ਵਿੱਚ ਹੁੰਦਾ, ਜੇ ਅਸੀਂ ਪੂਰਾ ਗੋਭ ਦੇ ਵਿੱਚ ਪਾਣੀ ਪਾਵਾਂਗੇ, ਸਪਰੇਅ ਧਿਆਨ ਨਾਲ ਕਰਾਂਗੇ, ਡਾਕਟਰ ਸਾਹਿਬ ਨੇ ਦੱਸਿਆ ਮਿਸ਼ਰਣ ਬਣਾ ਕੇ ਵੀ ਚਮਚੇ ਨਾਲ ਗੋਭਾਂ 'ਚ ਪਾ ਦਈਏ, ਵੈਸੇ ਅਸੰਭਵ ਹੈ ਕਿਉਂਕਿ ਬੂਟੇ ਬਹੁਤ ਜ਼ਿਆਦਾ ਹੁੰਦੇ ਆ ਖੇਤ ਦੇ ਵਿੱਚ, ਨਹੀਂ ਹੁੰਦਾ, ਪਰ ਜੇ ਅਸੀਂ ਛਿੜਕਾਅ ਆ ਜਿਹੜਾ ਉਹੀ ਢੰਗ ਦੇ ਨਾਲ ਕਰ ਲਈਏ, ਨੈਪਸੈਕ ਸਪਰੇਅ ਪੰਪ ਨਾਲ ਕਰ ਲਈਏ, ਹੋਲੋਕੋਨ ਨੋਜ਼ਲ ਨਾਲ ਗੋਭ ਦੇ ਵਿੱਚ ਪਾਣੀ ਪਾਈਏ ਜ਼ਰੂਰ, ਤਾਂ ਹੀ ਇਹ ਕੀੜੇ ਤੋਂ ਅਸੀਂ ਕੰਟਰੋਲ ਕਰ ਸਕਦੇ ਹਾਂ। ਸੋ ਬਾਕੀ ਜੇ ਕੋਈ ਤੁਹਾਨੂੰ ਕਿਸੇ ਕਿਸਮ ਦੀ ਵੀ ਸਮੱਸਿਆ ਆਉਂਦੀ ਹੈ ਮੱਕੀ ਦੇ ਨੇੜੇ ਦੇ ਖੇਤੀਬਾੜੀ ਅਫਸਰਾਂ ਦੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ। ਸੋ ਡਾਕਟਰ ਅਵਨਿੰਦਰ ਮਾਨ ਜੀ, ਸਾਉਣੀ ਦੀ ਮੱਕੀ ਸੰਬੰਧੀ ਬਹੁਤ ਅੱਛੀ ਜਾਣਕਾਰੀ ਦਿੱਤੀ ਹੈ। ਉਮੀਦ ਕਰਦਾ ਕਿ ਸਾਡੇ ਕਿਸਾਨ ਵੀਰ ਝੋਨੇ ਹੇਠੋਂ ਰਕਬਾ ਘਟਾ ਕੇ ਇਸ ਸਾਉਣੀ ਦੀ ਮੱਕੀ ਹੇਠ ਜ਼ਰੂਰ ਲਿਆਉਣਗੇ। ਤੁਹਾਡਾ ਇੰਨੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।